बिस्मिल्लाहिर्रहमानिर्रहीम। हाँ जी दोस्तों, की हाल है? ठीक हो? अच्छा दोस्तों, ਪ੍ਰਾਸਟੇਟ ਤੇ ਹਰ ਉਮਰ 'ਚ ਹੀ ਵੱਧ ਜਾਂਦਾ ਹੈ, ਲੇਕਿਨ ਜ਼ਿਆਦਾਤਰ ਬੁਢਾਪੇ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ। 40 ਸਾਲ ਤੋਂ ਜਦੋਂ ਉਮਰ ਜ਼ਿਆਦਾ ਹੁੰਦੀ ਆ ਤੇ ਪ੍ਰਾਸਟੇਟ ਅਕਸਰ ਲੋਕਾਂ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ। 50 ਸਾਲ 60 ਸਾਲ ਬਾਬੇ ਜਿਹੜੇ ਹੁੰਦੇ ਨੇ ਉਹਨਾਂ ਦਾ ਅਕਸਰ ਪ੍ਰਾਸਟੇਟ ਵਧਿਆ ਹੁੰਦਾ ਹੈ। ਜਦੋਂ ਪ੍ਰਾਸਟੇਟ ਵੱਧਦਾ ਹੈ, ਉਹ ਪ੍ਰਾਸਟੇਟ ਪਿਸ਼ਾਬ ਨੂੰ ਬੰਦ ਕਰ ਦਿੰਦਾ ਹੈ। ਜਦੋਂ ਪਿਸ਼ਾਬ ਬੰਦ ਹੋ ਜਾਂਦਾ ਹੈ, ਫਿਰ ਸਰਜਨ ਨਾਲ ਰਾਬਤਾ ਕਰਨਾ ਪੈਂਦਾ ਹੈ। ਸਰਜਨ ਕਹਿੰਦਾ ਜੀ ਇਹਦਾ ਤੇ ਆਪਰੇਸ਼ਨ ਤੋਂ ਬਗੈਰ ਕੋਈ ਹੱਲ ਨਹੀਂ। ਯੂਰੀਥਰਾ ਬੈਗ ਲਾ ਦੇਗਾ, ਪਿਸ਼ਾਬ ਜਾਰੀ ਕਰ ਦੇਗਾ, ਲੇਕਿਨ ਕਹੇਗਾ ਜੀ ਆਪਰੇਸ਼ਨ ਕਰਾਓ, ਤੇ ਮਰੀਜ਼ ਨੂੰ ਮਜਬੂਰਨ ਫਿਰ ਆਪਰੇਸ਼ਨ ਹੀ ਕਰਾਉਣਾ ਪੈਂਦਾ ਹੈ। ਲੇਕਿਨ ਜਿਹੜੀ ਸਾਡੀ ਅੱਜ ਦੀ ਰੈਮਡੀ ਆ, ਇਹ ਤੁਹਾਨੂੰ ਆਪਰੇਸ਼ਨ ਤੋਂ ਬਗੈਰ ਹੀ ਠੀਕ ਕਰ ਸਕਦੀ ਆ। ਫਰਜ਼ ਕਰੋ ਕਿਸੇ ਵੀ ਉਮਰ ਦੇ ਵਿੱਚ ਕਿਸੇ ਮਰੀਜ਼ ਦਾ ਪ੍ਰਾਸਟੇਟ ਵੱਧ ਗਿਆ ਹੈ, ਜਿਹਨੂੰ ਗੁੱਦਾ ਇਕਦਾਮੀਆ ਕਹਿੰਦੇ ਆ, ਪਿਸ਼ਾਬ ਦੇ ਗਦੂਦ ਅਗਰ ਵੱਧ ਗਏ ਆ, ਉਹਦੀ ਵਜ੍ਹਾ ਨਾਲ ਪਿਸ਼ਾਬ ਦੀ ਰੁਕਾਵਟ ਹੋ ਗਈ ਆ। ਪਿਸ਼ਾਬ ਦੀ ਰੁਕਾਵਟ ਵੀ ਇਨਸ਼ਾਅੱਲਾ ਇੱਕ ਦਿਨ 'ਚ ਠੀਕ ਹੋ ਸਕਦੀ ਆ, ਤੇ ਅਗਰ ਪਿਸ਼ਾਬ ਬਾਰ-ਬਾਰ ਆਉਣ ਲੱਗ ਪਿਆ ਹੈ ਤੇ ਉਹ ਵੀ ਠੀਕ ਹੋ ਸਕਦਾ ਹੈ। ਕਿਉਂਕਿ ਜਦੋਂ ਗੁੱਦਾ ਇਕਦਾਮੀਆ ਯਾਨੀ ਪ੍ਰਾਸਟੇਟ ਵਧੇਗਾ, ਜਾਂ ਤੇ ਪਿਸ਼ਾਬ ਕਤਰਾ ਕਤਰਾ ਆਉਣਾ ਸ਼ੁਰੂ ਹੋ ਜਾਏਗਾ, ਫਿਰ ਜ਼ੋਰ ਲੱਗੇਗਾ, ਤੇ ਜਾਂ ਫਿਰ ਪਿਸ਼ਾਬ ਬਿਲਕੁਲ ਹੀ ਬੰਦ ਹੋ ਜਾਏਗਾ। ਅਗਰ ਬੰਦ ਹੋ ਜਾਏਗਾ ਤੇ ਫਿਰ ਬੜਾ ਮਸਲਾ ਹੋਏਗਾ। ਅਗਰ ਪਿਸ਼ਾਬ ਬੰਦ ਹੋ ਜਾਵੇ ਤੇ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ ਨਾ, ਫਿਰ ਉਹਨੂੰ ਖੋਲ੍ਹਣ ਵਾਸਤੇ ਕਿਸੇ ਹਸਪਤਾਲ ਦੇ ਵਿੱਚ ਕਿਸੇ ਸਰਜਨ ਕੋਲ ਜਾਣਾ ਪੈਂਦਾ ਹੈ। ਲੇਕਿਨ ਤੁਹਾਨੂੰ ਕਿਸੇ ਸਰਜਨ ਕੋਲ ਜਾਣ ਦੀ ਜ਼ਰੂਰਤ ਨਹੀਂ, ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ। ਅੱਜ ਦੀ ਜਿਹੜੀ ਸਾਡੀ ਰੈਮਡੀ ਆ, ਇਹ ਤੁਹਾਡੇ ਪ੍ਰਾਸਟੇਟ ਨੂੰ ਆਨਨ ਫਾਨਨ ਠੀਕ ਕਰ ਸਕਦੀ ਆ। ਔਰ ਤੁਸੀਂ ਦੇਖੋਗੇ ਪਹਿਲੇ ਦਿਨ ਹੀ ਤੁਹਾਡੀ ਪਿਸ਼ਾਬ ਦੀ ਤਕਲੀਫਾਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਨੇ। ਲੇਕਿਨ ਕੁਝ ਅਰਸੇ ਤੋਂ ਬਾਅਦ ਇਹ ਦਵਾਈ ਅਗਰ ਤੁਸੀਂ ਕੰਟੀਨਿਊ ਕਰੋਗੇ ਤੇ ਦੁਬਾਰਾ ਤੁਹਾਨੂੰ ਪ੍ਰਾਸਟੇਟ ਦਾ ਮਸਲਾ ਹੀ ਨਹੀਂ ਹੋਏਗਾ। ਤੇ ਦੋਸਤੋ, ਅਗਰ ਕਿਸੇ ਮੇਰੇ ਭਾਈ ਦਾ ਪ੍ਰਾਸਟੇਟ ਵੱਧ ਗਿਆ ਹੈ ਔਰ ਡਾਕਟਰ ਨੇ ਉਹਨੂੰ ਆਪਰੇਸ਼ਨ ਤਜਵੀਜ਼ ਕਰ ਦਿੱਤਾ ਹੈ, ਤੇ ਉਹ ਸਾਡੀ ਅੱਜ ਦੀ ਰੈਮਡੀ ਜਿਹੜੀ ਆ ਇਹ ਇਸਤੇਮਾਲ ਕਰੇ, ਫਿਰ ਦੇਖੇ ਬਗੈਰ ਆਪਰੇਸ਼ਨ ਤੋਂ ਹੀ ਠੀਕ ਹੋ ਗਿਆ ਹੈ। ਤੇ ਦੋਸਤੋ, ਕਰਨਾ ਕੀ ਆ? ਹੋਮੀਓਪੈਥਿਕ ਦੀ ਸਭ ਤੋਂ ਪਹਿਲੀ ਜਿਹੜੀ ਮੈਡੀਸਨ ਹੈ ਉਹ ਹੈ ਸੈਬਲ ਸੈਰੋਲੇਟਾ। ਸੀਐਮ ਤਾਕਤ ਦੇ ਵਿੱਚ ਸੁਬਾਹ ਨੂੰ 5 ਕਤਰੇ 2 ਘੁੱਟ ਪਾਣੀ 'ਚ ਪਾ ਕੇ ਪੀ ਲਓ। ਦੁਪਹਿਰ ਨੂੰ ਕਲੇਮਾਈਟਸ, ਇਹ ਵੀ ਹੋਮੀਓਪੈਥਿਕ ਮੈਡੀਸਨ ਆ, ਕਲੇਮਾਈਟਸ ਸੀਐਮ 5 ਕਤਰੇ ਪਾਣੀ 'ਚ ਪਾ ਕੇ ਪੀ ਲਓ। ਔਰ ਸ਼ਾਮ ਤੱਕ ਵੇਟ ਕਰੋ। ਸ਼ਾਮ ਨੂੰ ਫੈਰਮ ਪਿਕਰੀਕਮ, ਫੈਰਮ ਪਿਕਰੀਕਮ ਇਹ ਵੀ ਸੀਐਮ ਦੇ ਵਿੱਚ ਲੈਣੀ ਆ, 5 ਕਤਰੇ ਇਹਦੇ ਪੀ ਲਓ। ਤੁਸੀਂ ਦੇਖੋਗੇ ਕਿ ਪਹਿਲੇ ਦਿਨ ਹੀ ਤੁਹਾਡੀ ਜਿਹੜੀ ਤਕਲੀਫ ਆ ਉਹ ਠੀਕ ਹੋ ਗਈ ਆ, ਤੁਹਾਡਾ ਪਿਸ਼ਾਬ ਵੀ ਜਾਰੀ ਹੋ ਗਿਆ ਹੈ, ਤੁਹਾਡੇ ਜਿਹੜੇ ਪਿਸ਼ਾਬ ਦੀ ਤਕਲੀਫ ਸੀ ਉਹ ਵੀ ਠੀਕ ਹੋ ਗਈ ਆ। ਤੇ ਦੋਸਤੋ, ਸੈਬਲ ਸੈਰੋਲੇਟਾ ਨੂੰ 30 ਤਾਕਤ ਦੇ ਵਿੱਚ ਲੈ ਲਓ। ਬਾਅਦ ਦੇ ਵਿੱਚ ਯਾਨੀ ਪਹਿਲੇ ਦਿਨ ਇਹ ਜਿਹੜੀ 3 ਦਵਾਈਆਂ ਨੇ, ਸੈਬਲ ਸੈਰੋਲੇਟਾ ਸੀਐਮ, ਕਲੇਮਾਈਟਸ ਸੀਐਮ ਤੇ ਫੈਰਮ ਪਿਕਰੀਕਮ ਸੀਐਮ, ਇਹ ਤੁਸੀਂ 3 ਖੁਰਾਕਾਂ ਲਈਆਂ ਨੇ, ਇੱਕ ਸੁਬਾਹ ਨੂੰ, ਇੱਕ ਦੁਪਹਿਰ ਨੂੰ, ਇੱਕ ਸ਼ਾਮ ਨੂੰ। ਦੂਸਰੇ ਦਿਨ ਤੋਂ ਸੈਬਲ ਸੈਰੋਲੇਟਾ 30 ਤਾਕਤ ਦੇ ਵਿੱਚ ਇਹ ਤੁਸੀਂ 5 ਕਤਰੇ ਰੋਜ਼ਾਨਾ ਲੈਂਦੇ ਰਹੋ। ਪਹਿਲੇ ਤੁਸੀਂ ਲਈ ਆ ਸੀਐਮ ਦੇ ਵਿੱਚ, ਫਿਰ ਤੁਸੀਂ 30 'ਚ ਲੈਣੀ ਆ। ਤੇ ਦੋਸਤੋ, ਇਹਨੂੰ ਤੁਸੀਂ ਥੋੜ੍ਹਾ ਅਰਸਾ ਕੰਟੀਨਿਊ ਕਰੋ। ਅਗਰ ਤੁਹਾਨੂੰ ਫਿਰ ਦੁਬਾਰਾ ਕੋਈ ਤਕਲੀਫ ਹੈ ਤੇ ਤੁਸੀਂ 10 ਤੋਂ 15 ਦਿਨ ਬਾਅਦ ਪਹਿਲੇ ਵਾਲੀਆਂ ਦਵਾਈਆਂ ਦੁਬਾਰਾ ਰਿਪੀਟ ਕਰ ਲਓ, ਤੇ ਫਿਰ ਤੁਸੀਂ ਸੈਬਲ ਸੈਰੋਲੇਟਾ ਕੁਛ ਦਿਨ ਲਓ। ਇਨਸ਼ਾਅੱਲਾ ਤੁਹਾਡਾ 1 ਮਹੀਨੇ ਤੋਂ ਪਹਿਲੇ ਪਹਿਲੇ ਪ੍ਰਾਸਟੇਟ ਦਾ ਮਸਲਾ ਬਿਲਕੁਲ ਹੀ ਠੀਕ ਹੋ ਜਾਏਗਾ, ਔਰ ਤੁਹਾਨੂੰ ਪਿਸ਼ਾਬ ਦੀ ਜਿੰਨੀ ਵੀ ਤਕਲੀਫਾਤ ਨੇ ਉਹ ਠੀਕ ਹੋ ਜਾਏਗੀ। ਤੇ ਦੋਸਤੋ, ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਸਾਡਾ ਤੇ ਤੁਹਾਡਾ ਰਾਬਤਾ ਰਵੇ ਔਰ ਵੀਡੀਓ ਹੋਰ ਲੋਕਾਂ ਤੱਕ ਪਹੁੰਚੇ। ਸਾਡੇ ਅਕਾਊਂਟ ਨੂੰ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਫਿਰ ਇਵੇਂ ਆ ਵੀ ਦੋਸਤੋ, ਅਗਰ ਸਬਸਕ੍ਰਾਈਬ ਕਰੋਗੇ ਹਰ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਜਾ ਕਰੋਗੇ। शुक्रिया। अल्लाह हाफ़िज़।